ਬਖਸ਼ਾ ਉਸੇ ਨਾ ਵੇਖ ਲਏ ਅਸੀਂ ਬਦਲੀ ਬੈਠੇ ਭੇਸ, ਸਾਡੀ ਜਿੰਦ ਨਿਮਾਣੀ ਕੋਕਦੀ ਅਸਾਂ ਰੋਜੇ ਵਿੱਚ ਪਰਦੇਸ। ਸਾਡਾ ਹਰਦਮ ਜੀ ਕੁਰਲਾਮਦਾ, ਸਾਡੀ ਨੀਰ ਵਗਾਵੇ ਅੱਖ, ਅਸਾਂ ਜਿੰਦੇ ਜਾਣੇ ਮਰ ਗਏ, ਸਾਡਾ ਮਾਥੂ ਹੋਇਆ। ਅਸਾਂ ਨੈਣਾ ਦੇ ਖੂਹ ਗੇੜ ਕੇ ਕੀਤੀ ਵੱਤਰ ਦਿਲ ਦੀ ਭੌਂ, ਇਹ ਬੰਜਰ ਰਹੀ ਨੀ ਮਾਨੜੀ ਸਾਨੂੰ ਸੱਜਣ ਤੇਰੀ ਸੋ, ਇਹ ਬੰਜਰ ਰਹੀ ਨੀ ਮਾਨੜੀ ਸਾਨੂੰ ਸੱਜਣ ਤੇਰੀ ਸੋ। ਜੀ ਅੱਜ ਦੀ ਗੱਲ ਪ੍ਰੋਗਰਾਮ ਦੇ ਨਾਲ ਤੁਹਾਡਾ ਮਿੱਤਰ ਜਾਵੇਦ ਵੱਟੂ ਤੇ ਸਾਥੀ ਮੇਜ਼ਬਾਨ ਅਯਾਜ਼ ਹਸਨ ਬਗੇਲਾ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਕਿਵੇਂ ਹੋ ਜਨਾਬ ਤੁਸੀਂ? ਮੈਨੂੰ ਉਮੀਦ ਹੈ ਕਿ ਜਿੱਥੇ ਵੀ ਹੋ ਹਮੇਸ਼ਾ ਆਪਣੇ ਪਿਆਰਾਂ ਦੇ ਸੰਗ ਹੱਸਦੇ ਪਿਓ ਤੇ ਵਸਦੇ ਪਿਓ ਤੇ ਦੁਆ ਹੈ ਕਿ ਰੱਬ ਸੋਹਣਾ ਰੱਬ ਸੱਚਾ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਸ਼ਾਦ ਰੱਖੇ, ਆਬਾਦ ਰੱਖੇ। ਤੇ ਅੱਜ ਦੇ ਪ੍ਰੋਗਰਾਮ ਦਾ ਮੌਜੂ ਜਿਹੜਾ ਹੈ ਉਹ ਬੜਾ ਹੀ ਅਸੀਂ ਅੱਜ ਦੇ ਮੁਆਸ਼ਰੇ ਦੇ ਨਾਲ ਮੈਚ ਕਰਦਾ ਹੈ ਔਰ ਉਹ ਇੱਕ ਐਸਾ ਮੌਜੂ ਹੈ ਕਿ ਜਿੰਦੇ ਅਸੀਂ ਸਾਰੇ ਸ਼ਿਕਾਰ ਹਾਂ ਔਰ ਇਹ ਕਮੀਆਂ ਜਿਹੜੀਆਂ ਨੇ ਇਹ ਸਾਡੇ ਵਿੱਚ ਮੌਜੂਦ ਨੇ। ਤੇ ਮੈਂ ਚਾਹਾਂਗਾ ਕਿ ਮੇਰੇ ਜਿਹੜੇ ਸਾਥੀ ਐਂਕਰ ਨੇ ਅਯਾਜ਼ ਹਸਨ ਬਗੇਲਾ ਸਾਹਿਬ ਜਿਹੜੇ ਨਾ ਉਹ ਇਹਦੇ ਉੱਤੇ ਰੋਸ਼ਨੀ ਪਾਉਣ, ਦੱਸਣ ਕਿ ਅੱਜ ਦਾ ਸਾਡਾ ਜਿਹੜਾ ਨਾ ਉਹ ਟੌਪਿਕ ਕੀ ਹੈ ਜਿਹਦੇ ਤੇ ਅਸੀਂ ਗੱਲਬਾਤ ਕਰਨੀ ਹੈ। ਬਹੁਤ ਮਿਹਰਬਾਨੀ ਜਵੇਦ ਸਾਹਿਬ। ਸਾਡਾ ਅੱਜ ਦਾ ਮੌਜੂ ਹੈ ਅਦਮੇ ਬਰਦਾਸ਼ਤ ਜੀ। ਤੇ ਇਸ ਮਾਸ਼ਰੇ ਦੇ ਵਿੱਚ ਇਸ ਵਕਤ ਅਦਮੇ ਬਰਦਾਸ਼ਤ ਦੀ ਬਿਲਕੁਲ ਕਮੀ ਹੋ ਚੁੱਕੀ ਹੈ ਜੀ। ਅਦਮੇ ਬਰਦਾਸ਼ਤ ਰਹੇ ਹੀ ਨਹੀਂ। ਵਾਲਦੈਨ ਬੱਚੇ ਨੂੰ ਗੱਲ ਸਮਝਾਉਣ ਲੱਗਿਆ ਗੁੱਸੇ ਦਾ ਇਜ਼ਹਾਰ ਕਰਦੇ ਔਰ ਬੱਚਾ ਵੀ ਇਸੇ ਤਰ੍ਹਾਂ ਉਹਨਾਂ ਕੋਲੋਂ ਸਿੱਖ ਰਿਹਾ ਹੈ। ਉਹ ਵੀ ਗੱਲ ਕਰਦੇ ਹੋਇਆ ਆਪਣੀ ਬਰਦਾਸ਼ਤ ਤੋਂ ਕਮ ਬਾਹਲਾ ਕਰ ਦਿੰਦੇ ਨੇ ਔਰ ਸਮਝਾ ਨਹੀਂ ਸਕਦੇ ਔਰ ਗੁੱਸੇ ਦਾ ਇਜ਼ਹਾਰ ਬੱਚੇ ਵੀ ਕਰਦੇ ਨੇ। ਔਰ ਇਸ ਵਾਸਤੇ ਮੇਰੀ ਉਹਨਾਂ ਵਾਲਦੈਨ ਦੇ ਨਾਲ ਰਿਕੁਐਸਟ ਹੈ, ਉਹਨਾਂ ਦੇ ਨਾਲ ਮਿੰਨਤ ਹੈ ਕਿ ਆਪਣੇ ਬੱਚਿਆਂ ਦੀ ਗੱਲ ਤਵੱਜੋ ਨਾਲ ਸੁਣਨ ਔਰ ਬਰਦਾਸ਼ਤ ਦੇ ਨਾਲ ਉਹਨਾਂ ਦੀ ਗੱਲ ਸੁਣਨ ਤੋਂ ਬਾਅਦ ਉਹਨਾਂ ਦੇ ਅੰਦਰ ਵੀ ਬਰਦਾਸ਼ਤ ਦਾ ਮਾਦਾ ਪੈਦਾ ਹੋਵੇ। ਉਹ ਵੀ ਸਮਝਣ ਕਿ ਗੱਲ ਨੂੰ ਕਿਸ ਤਰ੍ਹਾਂ ਸਮਝੀਦਾ ਔਰ ਕਿਸ ਤਰ੍ਹਾਂ ਅੱਗੇ ਕਰੀਦਾ। ਬਿਲਕੁਲ ਜਨਾਬ, ਬਰਦਾਸ਼ਤ ਦੀ ਗੱਲ ਹੋ ਗਈ ਕਿ ਅਸੀਂ ਇਸ ਦੀ ਸ਼ੁਰੂਆਤ ਜਿਹੜੀ ਨਾ ਸਾਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ। ਕਦੀ ਕਦੀ ਇਹ ਵੀ ਹੁੰਦਾ ਹੈ ਨਾ ਕਿ ਕੋਈ ਸਾਡਾ ਸੱਜਣ, ਸਾਡਾ ਕੋਈ ਮਿੱਤਰ, ਕੋਈ ਸਾਡਾ ਪਿਆਰਾ ਸਾਨੂੰ ਕਿਸੇ ਮਜ਼ਾਕ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਕਹਿ ਦਿੰਦਾ ਹੈ ਤੇ ਅਸੀਂ ਉਸ ਗੱਲ ਨੂੰ ਜਿਹੜਾ ਨਾ ਆਪਣੇ ਦਿਲ ਦੇ ਵਿੱਚ ਬਿਠਾ ਲੈਂਦੇ ਹਾਂ। ਔਰ ਕਦੀ ਇਹ ਵੀ ਹੁੰਦਾ ਕਿ ਛੋਟੀ ਜਿਹੀ ਗੱਲ ਤੋਂ ਕੋਈ ਸਾਡਾ ਯਾਦ ਸੱਜਣ ਬੇਲੀ ਨਾਰਾਜ਼ ਹੋ ਜਾਵੇ ਤੇ ਅਸੀਂ ਜਨਾਬ ਬਰਦਾਸ਼ਤ ਨਹੀਂ ਕਰਦੇ, ਕਹਿੰਦੇ ਜਨਾਬ ਇਹਨੇ ਗੱਲ ਕਿਵੇਂ ਕੀਤੀ। ਹੋ ਸਕਦਾ ਹੈ ਕਿ ਉਹਨੇ ਕਿਸੇ ਪਿਆਰ ਦੇ ਵਿੱਚ, ਕਿਸੇ ਤੁਹਾਡੇ ਲਾੜ ਦੇ ਵਿੱਚ ਕੋਈ ਗੱਲ ਕਰਤੀ ਹੋਵੇ ਔਰ ਜਨਾਬ ਤੁਸੀਂ ਉਹਦੇ ਨਾਲ ਨਾਰਾਜ਼ ਹੋ ਜਾਂਦੇ ਹੋ ਔਰ ਫਿਰ ਕਹਿੰਦੇ ਹੋ ਕਿ ਜਨਾਬ ਇਹ ਵੀ ਇੱਕ ਵੱਡੀ ਗੱਲ ਹੈ ਕਿ ਜਨਾਬ ਉਹ ਨਹੀਂ ਮਨਾਉਂਦਾ, ਉਹ ਮੈਨੂੰ ਨਹੀਂ ਬੁਲਾਉਂਦਾ ਤੇ ਮੈਂ ਉਹਨੂੰ ਕਿਵੇਂ ਬੁਲਾਵਾਂ। ਉਹ ਹੈ ਨਾ ਕਿਵੇਂ ਐਵੇਂ ਭੱਜ ਪਾ ਕੇ ਰੁੱਸ ਬਹਿਣਾ। ਤੇ ਇਹ ਕਦੀ ਕਦੀ ਐਵੇਂ ਹੁੰਦਾ ਹੈ ਕਿ ਛੋਟੀ ਜਿਹੀ ਗੱਲਾਂ ਤੋਂ ਐਵੇਂ ਬੰਦੇ ਜਿਹੜੇ ਨਾ ਆਪਸ 'ਚ ਇੱਕ ਦੂਸਰੇ ਨਾਲ ਵਿਥਾਂ ਪੈ ਜਾਂਦੇ ਨੇ ਔਰ ਇਹ ਛੋਟੀ ਛੋਟੀਆਂ ਗੱਲਾਂ ਬਾਅਦ ਵਿੱਚ ਹੁੰਦਾ ਨਾ ਜਦੋਂ ਦੂਸਰਾ ਵੀ ਇਸੇ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਇਹ ਹੁੰਦਾ ਹੈ ਕਿ ਉਹ ਜਿਹੜੀ ਤੁਹਾਡਾ ਯਾਰ ਸੱਜਣ ਦੋਸਤ ਜਿਹੜਾ ਤੁਹਾਡਾ ਆਪਣਾ ਹੁੰਦਾ ਹੈ ਉਹ ਤੁਹਾਡੇ ਕੋਲ ਆਸਤਾ ਆਸਤਾ ਦੂਰ ਹੋ ਜਾਂਦਾ ਹੈ। ਔਰ ਇਹ ਵੀ ਹੈ ਕਿ ਅੱਜ ਕੱਲ ਇਹ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਹੈ ਔਰ ਅਸੀਂ ਨਿਤ ਨਵੀਆਂ ਵੀਡੀਓਜ਼ ਐਸੀਆਂ ਦੇਖਦੇ ਹਾਂ, ਮੂਵੀਆਂ ਵੇਖਦੇ ਹਾਂ ਕਿ ਜਿਨ੍ਹਾਂ ਦੇ ਵਿੱਚ ਛੋਟੀ ਜਿਹੀ ਗੱਲ ਤੋਂ ਬਲਕਿ ਆਏ ਰੋਜ਼ ਸਟਾਈਲ ਵੀ ਹੁੰਦਾ ਸਾਡੇ ਮੁਖਤਲਿਫ ਜਿਹੜੇ ਐਸੀਆਂ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਵੇਖਣ ਨੂੰ ਮਿਲਦੀਆਂ ਨੇ ਕਿ ਜਨਾਬ ਜਮਸ਼ੇਦ ਭਾਈ ਕਿ ਜਿਨ੍ਹਾਂ ਦੇ ਵਿੱਚ ਇਹ ਹੁੰਦਾ ਹੈ ਕਿ ਜਨਾਬ ਛੋਟੀ ਜਿਹੀ ਗੱਲ ਤੋਂ ਥੋੜੇ ਜਿਹੇ ਪੈਸੇ ਦੇ ਲੈਣ ਦੇਣ ਤੋਂ ਛੋਟੀ ਕਿਸੇ ਨੇ ਕੋਈ ਗੱਲ ਕੀਤੀ ਉਹਨੇ ਤਹਿਕੀਕ ਨਹੀਂ ਕਰਨੀ, ਉਹਨੇ ਉਸ ਦੇ ਉੱਤੇ ਉਸ ਗੱਲ ਨੂੰ ਸੋਚਣਾ ਨਹੀਂ ਹੈ ਕਿ ਜਨਾਬ ਕਿ ਮੇਰੇ ਜਿਹੜਾ ਨਾ ਇਸ ਦੇ ਨਾਲ ਕੋਈ ਮੇਰਾ ਨੁਕਸਾਨ ਹੋਏਗਾ। ਫੌਰੀ ਰਿਐਕਸ਼ਨ ਜਿਹੜਾ ਨਾ ਉਹ ਹੁੰਦਾ ਹੈ ਔਰ ਬਾਜ਼ ਦਫੇ ਹੁੰਦਾ ਕਿ ਛੋਟੀ ਜਿਹੀ ਗਾਲਮ ਗਲੋਚ ਤੋਂ ਹੱਥਾ ਪਾਈ ਤੋਂ ਇੱਕ ਦੂਸਰੇ ਦੀ ਲੋਕ ਜਿਹੜਾ ਨਾ ਉਹ ਜਾਨ ਵੀ ਲੈ ਲੈਂਦੇ ਨੇ। ਤੇ ਇਹ ਜਿਹੜੀ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਕਿ ਜਿੰਦਾ ਅਸੀਂ ਸ਼ਿਕਾਰ ਹੁੰਦੇ ਜਾਂਦੇ ਹਾਂ ਔਰ ਸਾਡੇ ਮੁਆਸ਼ਰੇ ਦੇ ਵਿੱਚ ਇਹ ਚੀਜ਼ ਜਿਹੜੀ ਆਮ ਹੋ ਜਾਂਦੀ। ਤੇ ਜਮਸ਼ੇਦ ਭਾਈ ਤੁਸੀਂ ਵੀ ਇਹਦੇ ਉੱਤੇ ਦੱਸੋ ਕਿ ਇਹ ਚੀਜ਼ਾਂ ਜਿਹੜੀਆਂ ਨਾ ਇਹ ਬੱਚੇ ਵੀ ਗੇਨ ਕਰਦੇ ਨੇ ਕਿ ਕਿਸੇ ਦਾ ਬਾਪ ਅਗਰ ਬਹੁਤ ਜ਼ਿਆਦਾ ਗੁੱਸੇ ਵਾਲਾ ਹੈ ਤੇ ਉਹਦਾ ਬੇਟਾ ਜਨਾਬ ਦੂਸਰਿਆਂ ਦੇ ਸਾਹਮਣੇ ਲਾਜ਼ਮੀ ਉਹ ਕਰੇਗਾ ਕਿ ਜਨਾਬ ਮੇਰਾ ਬਾਪ ਤੇ ਇਤਨਾ ਗੁੱਸੇ ਹੈ, ਉਹ ਕਿਸੇ ਦੀ ਗੱਲ ਬਰਦਾਸ਼ਤ ਨਹੀਂ ਕਰਦਾ ਤੇ ਮੈਂ ਜਨਾਬ ਤੁਹਾਡੀ ਗੱਲ ਕਿਵੇਂ ਬਰਦਾਸ਼ਤ ਕਰ ਲਵਾਂ। ਬਿਲਕੁਲ ਸਹੀ ਕਹਿ ਰਹੇ ਜਵੇਦ ਸਾਹਿਬ। ਗੱਲ ਇਸ ਤਰ੍ਹਾਂ ਹੈ ਕਿ ਮੇਰਾ ਤਲਕ ਵੀ ਪਿੰਡ ਨਾਲ ਹੈ, ਦਿਹਾਤ ਨਾਲ ਹੈ ਤੇ ਸਾਡੇ ਇਲਾਕਿਆਂ ਦੇ ਵਿੱਚ ਛੋਟੀ ਛੋਟੀਆਂ ਮਸਜਿਦ ਟਾਈਪ ਗੱਡੀਆਂ ਚੱਲਦੀਆਂ ਜੀ। ਇੱਕ ਦਿਨ ਮੈਂ ਇੱਕ ਗੱਡੀ ਵੀ ਸਫ਼ਰ ਕਰ ਰਿਹਾ ਤੇ ਕਿਰਾਇਆ ਲੈਣ ਵਾਲਾ ਬੰਦਾ ਆ ਜਿਹਨੂੰ ਕਲੀਨਰ ਕਹਿੰਦੇ ਨੇ ਜੀ ਜੀ। ਉਹ ਕਹਿੰਦਾ ਭਾਈ ਜੀ ਕਿਰਾਇਆ ਦਿਓ ਜੀ। ਤੇ ਇੱਕ ਬੰਦਾ ਬੜੇ ਗੁੱਸੇ ਨਾਲ ਉਹਨੂੰ ਬੋਲਿਆ, ਉਹ ਕਹਿੰਦਾ ਦੇ ਲੈਂਦੇ ਆ ਕਿਰਾਇਆ, ਕਿਹੜਾ ਅਸੀਂ
ਦੱਸ ਚੱਲੇ ਹਾਲੇ ਤੇਰੀ ਬਿਲਕੁਲ, ਮੈਂ ਤੁਹਾਡੀ ਗੱਡੀ ਦੇ ਵਿੱਚ ਸਫ਼ਰ ਕਰ ਰਹੀ ਹਾਂ, ਮੈਂ ਗੱਡੀ ਕਿਤੇ ਤੁਹਾਡੀ ਛਲਾਂਗ ਸਫ਼ਰ ਮਾਰ ਕਰ ਰਿਹਾ ਰਿਹਾ ਜੀ। ਜਿਹੜਾ ਛਲਾਂਗ ਮਾਰ ਰਿਹਾ। ਅੱਛਾ। ਤੇ ਅੱਗੋਂ ਉਸ ਬੰਦੇ ਜਿਹੜਾ ਕਲੀਨਰ ਸੀ ਉਹਨੂੰ ਵੀ ਸਮਝ ਆ ਗਈ ਕਿ ਬੰਦਾ ਬਹੁਤ ਗੁੱਸੇ ਵਾਲਾ ਹੈ ਜੀ। ਉਹਨੇ ਅਗਲੀ ਸਵਾਰੀ ਕੋਲੋਂ ਇਸੇ ਤਰ੍ਹਾਂ ਤਰੀਕੇ ਨਾਲ ਗਿਆ, ਮਾਂ ਜੀ ਕਿਰਾਇਆ ਮਿਲ ਜਾਏਗਾ? ਉਸ ਨੇ ਲੈ ਪੁੱਤਰ ਤੂੰ ਲੈ ਲੈ। ਮਤਲਬ ਕਹਿਣ ਦਾ ਮਕਸਦ ਹੈ ਕਿ ਉਹਨੇ ਬੜੇ ਪਿਆਰ ਦੇ ਨਾਲ ਉਹਨੂੰ ਕਿਹਾ ਮਾਂ ਜੀ ਕਿਰਾਇਆ, ਤੇ ਇੱਕ ਦੂਜੇ ਨੂੰ ਉਹਨੇ ਇਸੇ ਤਰ੍ਹਾਂ ਕਿਹਾ ਭਾਈ ਜੀ ਕਿਰਾਇਆ ਦਿਓ। ਉਹ ਜਿਸ ਤਰ੍ਹਾਂ ਇਸ ਅੰਦਾਜ਼ 'ਚ ਬੋਲਿਆ ਤਾਂ ਅਗਲੇ ਨੂੰ ਵੀ ਗੁੱਸਾ ਆ ਗਿਆ। ਜੀ। ਮਕਸਦ ਇਹ ਹੈ ਕਿ ਤੁਸੀਂ ਪਿਆਰ ਨਾਲ ਚੱਲੋ, ਪਿਆਰ ਨਾਲ ਗੱਲ ਕਰੋ, ਅਗਲਾ ਵੀ ਪਿਆਰ ਦਾ ਭੁੱਖਾ ਹੈ, ਪਿਆਰ ਨਾਲ ਤੁਸੀਂ ਉਹਦੇ ਕੋਲੋਂ ਸਾਰੇ ਕੰਮ ਲੈ ਸਕਦੇ ਹੋ। ਇਹ ਬਰਦਾਸ਼ਤ ਦੀਆਂ ਗੱਲਾਂ ਨੇ, ਅਗਲੇ ਨੂੰ ਬਰਦਾਸ਼ਤ ਕਰੋਗੇ ਉਹ ਤੁਹਾਨੂੰ ਬਰਦਾਸ਼ਤ ਕਰੇਗਾ। ਮਤਲਬ ਮੇਰਾ ਕਹਿਣ ਦਾ ਮਕਸਦ ਹੈ ਕਿ ਤੁਸੀਂ ਕਿਸੇ ਨੂੰ ਪਿਆਰ ਦਿੰਦੇ ਹੋ, ਇਸ ਵਾਸਤੇ ਪਿਆਰ ਦਿੰਦੇ ਹੋ ਕਿ ਕੱਲ ਤੁਹਾਨੂੰ ਵੀ ਉਹ ਪਿਆਰ ਵਾਪਸ ਰਿਟਰਨ ਕਰੇ। ਯਾਨੀ ਪਿਆਰ ਦਾ ਜਿਹੜਾ ਪਿਆਰ ਨਾਲ ਪਿਆਰ ਦਾ ਜਵਾਬ ਹੋਣਾ ਚਾਹੀਦਾ, ਐਵੇਂ ਨਹੀਂ ਮੂਡ ਤੇ ਖਰਾਬ ਹੋਣਾ ਚਾਹੀਦਾ। ਕਿ ਮੂਡ ਜਿਹੜਾ ਹੁੰਦਾ ਨਾ ਇਹ ਖਰਾਬ ਹੁੰਦਾ ਹੈ ਕਿ ਜਦੋਂ ਤੁਸੀਂ ਉਹ ਕਿਵੇਂ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਨਾਲ ਤਲਖ ਲਹਿਜੇ ਦੇ ਵਿੱਚ ਗੱਲ ਕਰੋਗੇ ਤੇ ਸਮਝਦਾਰ ਤੇ ਹੋਏਗਾ ਤੇ ਉਹ ਕੋਸ਼ਿਸ਼ ਕਰੇਗਾ ਕਿ ਆਪਣੇ ਗੁੱਸੇ ਦੇ ਉੱਤੇ, ਆਪਣੀ ਉਸ ਤਲਖੀ ਦੇ ਉੱਤੇ ਕਾਬੂ ਪਾਏ, ਬਜਾਏ ਕਿ ਰਿਐਕਟ ਤੁਹਾਨੂੰ ਉਸ ਤਰੀਕੇ ਨਾਲ ਉਹ ਮੁਖਾਤਿਬ ਹੋਵੇ। ਤੇ ਇਸ ਲਈ ਅਗਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਕਿ ਅਸੀਂ ਉਹਨਾਂ ਨੂੰ ਜਿਹੜਾ ਨਾ ਆਪਣੇ ਉਹ ਦਿਲ ਦੇ ਵਿੱਚ ਜਿਹੜਾ ਨਾ ਉਹ ਰੱਖ ਲਿਓ। ਕਹਿੰਦੇ ਨੇ ਕਿ ਗੱਲ ਵੀ ਜਿਹੜੀ ਹੈ ਨਾ ਉਹ ਤੁਹਾਡੀ ਉਸ ਵੇਲੇ ਤੁਹਾਡੀ ਆਪਣੀ ਹੁੰਦੀ ਹੈ ਕਿ ਜਦੋਂ ਤੁਹਾਡੇ ਕੋਲ ਹੈ, ਤੁਹਾਡੇ ਦਿਲ ਦੇ ਵਿੱਚ ਹੈ, ਤੁਹਾਡੇ ਮਨ ਦੇ ਵਿੱਚ ਹੈ, ਜਦੋਂ ਮੂੰਹ ਨਿਕਲੀ ਤੇ ਫਿਰ ਉਹ ਪਰਾਈ ਹੋ ਗਈ। ਤੇ ਇਸ ਲਈ ਜਨਾਬ ਕਿ ਬਸ ਛੋਟੀ ਛੋਟੀਆਂ ਗੱਲਾਂ ਹੁੰਦੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਅਸੀਂ ਜਿਹੜਾ ਨਾ ਉਹਨਾਂ ਦੇ ਪਿੱਛੇ ਪੈ ਜਾਂਦੇ ਹਾਂ ਔਰ ਫਿਰ ਇਹ ਹੁੰਦਾ ਹੈ ਕਿ ਉਹਨੂੰ ਯਾਨੀ ਦਿਲ ਦੇ ਵਿੱਚ ਹੀ ਉਹਨੂੰ ਨਾ ਰੱਖੀ ਰੱਖਿਆ। ਇਸ ਲਈ ਸਿਆਣੇ ਵੀ ਕਹਿੰਦੇ ਨੇ ਕਿ ਜਦੋਂ ਤੁਹਾਨੂੰ ਬਹੁਤਾ ਗੁੱਸਾ ਆ ਜਾਵੇ, ਤੁਹਾਨੂੰ ਕੋਈ ਨਾ ਮਿਲੇ ਤੇ ਕੰਧਾਂ ਨਾਲ ਵੀ ਜਿਹੜਾ ਨਾ ਗੱਲਾਂ ਕਰ ਲਈਆਂ ਕਰੋ ਕਿ ਦਿਲ ਦਾ ਜਿਹੜਾ ਭਾਰ ਹੈ ਨਾ ਇਹ ਹੌਲਾ ਹੋ ਜਾਂਦਾ ਹੈ। ਸਹੀ ਗੱਲ। ਤੇ ਇਸ ਲਈ ਕੋਈ ਸੱਜਣ ਮਿੱਤਰ ਸੰਗੀ ਸਾਥੀ ਐਸਾ ਜ਼ਰੂਰ ਰੱਖ ਲਓ, ਇੱਕ ਦੋਸਤ ਯਾਰ ਕਿ ਜਿੰਦੇ ਨਾਲ ਆਪਣੀ ਜਿਹੜੀ ਨਾ ਦਿਲ ਦੀ ਗੱਲ ਜਿਹੜੀ ਸਾਂਝ ਹੈ ਉਹ ਪਾ ਲਈ ਕਰਦਾ। ਤੇ ਇਹਦੇ ਨਾਲ ਹੁੰਦਾ ਹੈ ਕਿ ਦੁੱਖ ਜਿਹੜੇ ਨਾ ਉਹ ਹੌਲੇ ਹੋ ਜਾਂਦੇ ਨੇ ਔਰ ਇਹ ਜਿਹੜੀ ਬਰਦਾਸ਼ਤ ਇੱਕ ਦੂਸਰੇ ਨੂੰ ਕਰਨਾ ਇਹ ਇੱਕ ਬੜਾ ਵੱਡਾ ਇਹ ਸਮਝ ਲਓ ਕਿ ਇੱਕ ਫਨ ਹੈ ਔਰ ਇਸ ਫਨ ਨੂੰ ਸਾਨੂੰ ਲਾਜ਼ਮੀ ਜਿਹੜਾ ਨਾ ਉਹ ਲੈਣਾ ਪੈਣਾ ਕਿਉਂਕਿ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਨਾ ਉਹ ਬਾਜ਼ ਦਫਾ ਹੋ ਜਾਂਦੇ ਕਿ ਬੜੀਆਂ ਵੱਡੀਆਂ ਹੋ ਜਾਂਦੇ ਨੇ। ਛੋਟੇ ਛੋਟੇ ਜਿਹੜੇ ਵਾਕਿਆ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਆਲੇ ਦੁਆਲੇ ਵੇਖਦੇ ਹਾਂ ਕਿ ਲੋਕ ਕਿਸ ਤਰ੍ਹਾਂ ਮੁਸ਼ਤਲ ਹੋ ਗਏ। ਛੋਟੀ ਜੀ ਗੱਲ ਤੋਂ ਪਤਾ ਲੱਗਿਆ ਜਨਾਬ ਕਿ ਦੁਸ਼ਮਣੀ ਪੈ ਗਈ ਔਰ ਉਸ ਦੁਸ਼ਮਣੀ ਨੇ ਖਾਨਦਾਨਾਂ ਦੇ ਖਾਨਦਾਰ ਤਬਾਹ ਕਰਤੇ, ਨਸਲ ਦਰ ਨਸਲ ਜਿਹੜੇ ਨਾ ਲੋਕ ਉਹਦਾ ਸ਼ਿਕਾਰ ਹੁੰਦੇ ਆਏ ਨੇ। ਤੇ ਇਹਨੂੰ ਅਸੀਂ ਜਹਲਾਨਾਪਨ ਵੀ ਕਹਿ ਸਕਨੇ ਆ। ਲੇਕਿਨ ਹੁਣ ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਸਾਡੇ ਭੈਣਾਂ ਭਰਾ ਵੀਰ ਦੋਸਤ ਯਾਰ ਕਿ ਅਗਰ ਕੋਈ ਵੀ ਐਸੀ ਕੋਈ ਗੱਲ ਸੁਣ ਲਵਣ ਤੇ ਬਜਾਏ ਕਿ ਉਹਦੇ ਉੱਤੇ ਤਹਿਕੀਕ ਕਰਨ ਦੇ, ਉਹਨੂੰ ਬਰਦਾਸ਼ਤ ਕਰਨ ਦੇ, ਉਹਦੇ ਉੱਤੇ ਕੋਈ ਸੋਚ ਵਿਚਾਰ ਕਰਨ ਦੇ, ਸਾਡੇ ਕੋਲ ਇਤਨਾ ਟਾਈਮ ਹੀ ਨਹੀਂ ਹੈ ਜਮਸ਼ੇਦ। ਅਸੀਂ ਤੇ ਫੌਰਨ ਉਹਦੇ ਤੇ ਆਪਣੀ ਅਦਾਲਤ ਲਾ ਕੇ ਆਪਣੇ ਫੈਸਲੇ ਖੜੇ ਪੈਰ ਤੇ ਕਰਨ ਦੇ ਆਦੀ ਹੁੰਦੇ ਜਾਂਦੇ ਆ। ਜਿਵੇਂ ਸਭ ਅਦਮੇ ਬਰਦਾਸ਼ਤ ਨਹੀਂ ਰਹੀ। ਅੱਜ ਤੁਸੀਂ ਕਿਸੇ ਨੂੰ ਕੋਈ ਰਾਏ ਰਾਸਤ ਦੀ ਗੱਲ ਦੱਸਦੇ ਹੋ ਕਿ ਇਹ ਰਸਤਾ ਤੇਰੇ ਵਾਸਤੇ ਸਹੀ ਹੈ ਤੇ ਅਗਲਾ ਬੰਦਾ ਇਹ ਮਹਿਸੂਸ ਕਰਦਾ ਹੈ ਯਾਰ ਮੇਰੇ ਚ ਅਕਲ ਨਹੀਂ ਹੈ, ਮੇਰੇ ਸ਼ੌਰ ਨਹੀਂ ਹੈ, ਇਹ ਮੈਨੂੰ ਮਸ਼ਵਰਾ ਕਿਉਂ ਦੇ ਰਿਹਾ ਹੈ, ਜਦਕਿ ਉਹ ਖੁਦ ਬ ਖੁਦ ਗਲਤ ਜਾ ਰਿਹਾ ਹੈ। ਅਗਰ ਤੁਸੀਂ ਕਿਸੇ ਦੀ ਗੱਲ ਸੁਣਦੇ ਹੋ, ਚਲੋ ਤੁਸੀਂ ਉਹਦੇ ਤੇ ਅਮਲ ਨਹੀਂ ਕਰਦੇ, ਕਮ ਸੇ ਕਮ ਤੁਸੀਂ ਦੀ ਗੱਲ ਤਾਂ ਅਮਲ ਨਾਲ ਸੁਣੋ। ਸੁਣਨ ਤੋਂ ਬਾਅਦ ਉਹਦੇ ਵਿੱਚੋਂ ਕੁਝ ਨਿਕਾਲੋ ਕਿ ਯਾਰ ਉਹਨੇ ਇਹ ਮੈਨੂੰ ਗੱਲ ਕੀਤੀ ਸੀ, ਹੋ ਸਕਦਾ ਉਹਦੀ ਗੱਲ ਦੇ ਵਿੱਚ ਕੁਝ ਲਾਜਕ ਹੋਏ, ਮੈਂ ਇਹਨੂੰ ਇਹਦਾ ਮੁਤਜ਼ਾਦ ਵੀ ਦੇਖਾਂ, ਇਹਦਾ ਮੈਂ ਪੋਜ਼ਿਟਿਵ ਵੀ ਦੇਖਾਂ, ਨੈਗੇਟਿਵ ਵੀ ਦੇਖਾਂ, ਕਿਉਂਕਿ ਇਹ ਮੈਂ ਚੱਲਣਾ ਹੈ ਅੱਗੇ। ਅਗਰ ਉਹ ਮੈਨੂੰ ਸਮਝਾ ਰਿਹਾ ਹੈ ਤੇ ਕੋਈ ਇਹਦੇ ਵਿੱਚ ਮਕਸਦ ਹੈ। ਬਿਲਕੁਲ ਬਿਲਕੁਲ, ਇਹ ਤੁਹਾਡੀ ਗੱਲ ਸਹੀ ਹੈ ਕਿ ਸਾਨੂੰ ਇਹ ਚੀਜ਼ ਕਿ ਸਾਡੇ ਵਿੱਚ ਉਹ ਚੀਜ਼ ਆ ਗਈ ਕਿ ਅਸੀਂ ਕਿਸੇ ਦੀ ਗੱਲ ਨੂੰ ਸੁਣਨਾ। ਕੋਈ ਅਗਰ ਸਾਨੂੰ ਕੋਈ ਮਤ ਦੀ ਗੱਲ ਕਰੇ, ਕੋਈ ਸਾਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਕਰੇ ਤੇ ਅਸੀਂ ਜਨਾਬ ਖੁਦ ਹੀ ਅਫਲਾਤੂਨ ਬਣੇ, ਖੁਦ ਹੀ ਅਰਸਤੂ ਬਣੇ ਹੋਏ ਕਿ ਅਸੀਂ ਕਹਿੰਦੇ ਜਨਾਬ ਮੇਰੇ ਤੋਂ ਵੱਧ ਤੇ ਸਿਆਣਾ ਕੋਈ ਵੀ ਕੋਈ ਨਹੀਂ। ਉਹ ਮੈਂ ਬੇਨਤੀ ਕਰਾਂਗਾ ਆਪਣੇ ਵੀਰਾਂ ਨੂੰ, ਦੋਸਤਾਂ ਨੂੰ, ਸੱਜਣਾਂ ਨੂੰ, ਛੋਟੇ ਵੀਰਾਂ ਨੂੰ, ਵੱਡੇ ਭਰਾਵਾਂ ਨੂੰ ਕਿ ਜਨਾਬ ਹੁਣ ਜਿਹੜੀਆਂ ਨਾ ਉਹ ਨਾ ਜਿਸ ਤਰ੍ਹਾਂ ਉਹ ਖਾਦਾਂ ਤੇ ਉਹ ਖੁਰਾਕਾਂ ਜਿਹੜੀਆਂ ਨੇ ਨਾ ਉਹ ਖਾਲਿਸ ਨਹੀਂ ਰਹੀਆਂ ਨਾ, ਤੇ ਇਸੇ ਤਰ੍ਹਾਂ ਸਾਡੇ ਲਹਿਜੇ ਵੀ ਜਿਹੜੇ ਨਾ ਉਹ ਖਾਲਿਸ ਨਹੀਂ ਰਹਿ ਗਏ। ਉਹਨਾਂ ਦੇ ਜਿਹੜੀ ਬਰਦਾਸ਼ਤ ਦੀ ਹਿੱਦਤ ਹੈ ਉਹ ਘੱਟ ਤੋਂ ਘੱਟ ਹੁੰਦੀ ਜਾਂਦੀ ਹੈ। ਤੇ ਇਹਨੂੰ ਜਿਹੜੇ ਨਾ ਪਿਆਰ ਤੇ ਮੁਹੱਬਤ ਦੀ ਗੋਡੀ ਕਰਕੇ ਜਨਾਬ ਇਸ ਪੌਦੇ ਨੂੰ ਤੁਸੀਂ ਜਿਹੜਾ ਨਾ ਆਪਣੇ ਦਿਲ ਦੇ ਵਿੱਚ ਪਾਲ ਲਓ, ਵੱਡਾ ਹੋਏਗਾ ਤੇ ਉਹਦੇ ਨਾਲ ਤੁਹਾਡੀ ਜ਼ਬਾਨ ਦਾ ਰਸ, ਤੁਹਾਡੇ ਮੂੰਹ ਚੋਂ ਨਿਕਲਿਆ ਲਫ਼ਜ਼ ਕਿਸੇ ਨੂੰ ਅਗਰ ਮੇਰ ਤੇ ਮੁਹੱਬਤ ਵੰਡ ਦੇਵੇ ਤੇ ਇਸ ਤੋਂ ਵੱਡੀ ਕੋਈ ਗੱਲ ਨਹੀਂ। ਤੇ ਕੋਸ਼ਿਸ਼ ਕਰੋ ਕਿ ਮੁਹੱਬਤਾਂ ਵੰਡੋ, ਪਿਆਰ ਵੰਡੋ ਇੱਕ ਦੂਜੇ ਦੇ ਨਾਲ। ਔਰ ਇਹ ਚੀਜ਼ਾਂ ਸਾਡੇ ਵਿੱਚ ਅਸੀਂ ਖੁਦ ਇਸ ਦੀ ਬੁਨਿਆਦ, ਇਸ ਦੀ ਸ਼ੁਰੂਆਤ
ਜਨਾਬ ਆਪਣੇ ਆਪ ਤੋਂ ਕਰਨੀ ਹੈ। ਅਸੀਂ ਕਿਸੇ ਨੂੰ ਸਮਝਾਉਣ ਤੋਂ ਪਹਿਲੇ ਅਗਰ ਉਹ ਚੀਜ਼ ਆਪਣੇ ਉੱਤੇ ਲਾਗੂ ਕਰ ਲਈਏ ਤੇ ਲੋਕ ਜਦੋਂ ਤੁਹਾਡੇ ਨਾਲ ਗੱਲ ਕਰਨਗੇ ਨਾ, ਉਹਨਾਂ ਨੂੰ ਪਤਾ ਹੋਏਗਾ ਕਿ ਯਾਰ ਇਹ ਬੰਦਾ ਬੜਾ ਬੀਬਾ ਬੰਦਾ ਹੈ, ਇਹ ਕਿਸੇ ਦੀ ਗੱਲ ਦਾ ਬੁਰਾ ਮਹਿਸੂਸ ਨਹੀਂ ਕਰਦਾ, ਇਹਨੂੰ ਅਗਰ ਇੱਕ ਦੋ ਲਫ਼ਜ਼ ਕੋਈ ਕਹਿ ਵੀ ਲਵੇ ਨਾ ਤੇ ਇਹ ਬਰਦਾਸ਼ਤ ਕਰਨ ਵਾਲਾ ਬੰਦਾ ਹੈ। ਜਦੋਂ ਇਹ ਚੀਜ਼ ਤੁਹਾਡੇ ਵਿੱਚ ਲੋਕ ਆ ਜਾਏਗੀ ਤਾਂ ਲੋਕ ਜਦ ਤੁਹਾਡੇ ਨਾਲ ਕੋਈ ਗੱਲ ਕਰੇਗਾ ਨਾ ਤੇ ਉਹ ਇੱਕ ਵਾਰੀ ਉਹਦੇ ਜ਼ਿਹਨ 'ਚ ਇਹ ਚੀਜ਼ ਜ਼ਰੂਰ ਹੋਏਗੀ ਕਿ ਜਨਾਬ ਇਹ ਬੰਦਾ ਬਰਦਾਸ਼ਤ ਵੀ ਕਰਦਾ ਹੈ, ਮੈਂ ਕੋਈ ਗੱਲ ਕਰ ਲਵਾਂਗਾ ਤੇ ਇਹਨੇ ਕੋਈ ਗੱਲ ਨਹੀਂ ਕਰੀ। 10 ਬੰਦੇ ਚ ਅਗਰ ਕੋਈ ਵਾਕਿਆ ਹੋ ਜਾਂਦਾ ਹੈ ਤੇ ਲੋਕ ਤਾਂ ਕਹਿਣਗੇ ਕਿ ਜਮਸ਼ੇਦ ਸਾਹਿਬ ਜਿਹੜੇ ਨੇ ਨਾ, ਇਹ ਤਾਂ ਬੜੇ ਬੀਬੇ ਆਦਮੀ ਨੇ, ਇਹਨਾਂ ਤੋਂ ਕੋਈ ਇੱਕ ਦੋ ਅਗਰ ਕੋਈ ਗੱਲ ਕਹਿ ਵੀ ਲਵੇ, ਨਹੀਂ 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 ਇਹ ਗੱਲ ਨਹੀਂ ਕਰ ਸਕਦੇ ਜਨਾਬ, ਗਲਤੀ ਤੁਹਾਡੇ ਵਿੱਚ ਹੀ ਹੈ। ਤੇ ਇਹ ਹੁੰਦੀ ਉਹ ਮਿਸਾਲ ਕਿ ਜਿਹੜੇ ਲੋਕਾਂ ਨੇ ਇਹ ਚੀਜ਼ਾਂ ਆਪਣੇ ਉੱਤੇ ਲਾਗੂ ਕੀਤੀਆਂ ਨੇ ਔਰ ਕੋਸ਼ਿਸ਼ ਕੀਤੀ ਹੈ ਕਿ ਅਗਰ ਕੋਈ ਮੰਦੀ ਚੰਗੀ ਕੋਈ ਕਹਿ ਵੀ ਦੇਵੇ, ਕੋਈ ਮੂੰਹ ਦੇ ਚੋਂ ਕਿਸੇ ਦੇ ਨਿਕਲ ਵੀ ਜਾਵੇ ਤੇ ਉਹਨੂੰ ਜਨਾਬ ਤੁਸੀਂ ਇਗਨੋਰ ਕਰੋ ਔਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਤੇ ਇਹਦੇ ਨਾਲ ਹੀ ਜਿਹੜਾ ਨਾ ਇਹ ਚੀਜ਼ ਜਿਹੜੀ ਨਾ ਉਹ ਪੈਦਾ ਹੁੰਦੀ ਹੈ, ਮੁਹੱਬਤ ਤੇ ਪਿਆਰ। ਇੱਥੇ ਮੈਂ ਕੁਝ ਕਹਿਣਾ ਚਾਹੁੰਦਾ ਜੀ ਜੀ ਕਿ ਜ਼ਬਾਨ ਇੱਕ ਐਸੀ ਚੀਜ਼ ਹੈ ਜੀ। ਇਹ ਤੁਹਾਨੂੰ ਤਖਤ ਤੇ ਵੀ ਪਹੁੰਚਾਉਂਦੀ ਹੈ ਤੇ ਤਖਤ ਦੇ ਉੱਤੇ ਵੀ ਲੈ ਜਾਂਦੀ ਹੈ। ਅੱਛਾ ਜੀ। ਅਗਰ ਤੁਸੀਂ ਇਸੇ ਜ਼ਬਾਨ ਦੇ ਨਾਲ ਚੱਲੋਗੇ, ਪਿਆਰ ਵਾਲੀ ਜ਼ਬਾਨ ਨਾਲ, ਮਿਠਾਸ ਵਾਲੀ ਜ਼ਬਾਨ ਨਾਲ, ਤੇ ਤੁਹਾਡਾ ਮੁਸ਼ਕਲ ਤੋਂ ਮੁਸ਼ਕਲ ਕੰਮ ਵੀ ਬੜੇ ਆਸਾਨੀ ਨਾਲ ਹੋ ਜਾਏਗਾ। ਜੀ। ਅਗਰ ਤੁਹਾਡੀ ਇਹ ਜ਼ਬਾਨ ਕਰਖੇ ਸਖਤ ਹੈ ਤੇ ਤੁਸੀਂ ਬੰਦੇ ਕੋਲੋਂ ਕੰਮ ਲੈਣਾ ਤੇ ਕਿਸ ਤਰ੍ਹਾਂ ਲਓਗੇ? ਨਹੀਂ ਗੱਲ ਬਿਲਕੁਲ ਸਹੀ ਹੈ। ਔਰ ਪਿਆਰ, ਤਹਮਲ, ਬੁਰਦਬਾਰੀ ਨਾਲ ਕੰਮ ਲਓ, ਅਕਲ ਨਾਲ ਕੰਮ ਲਓ, ਸ਼ਊਰ ਨਾਲ ਕੰਮ ਲਓ, ਮਿਠਾਸ ਨਾਲ ਕੰਮ ਲਓ। ਮੈਂ ਦੇਖਦਾ ਕਿ ਅੱਲਾਹ ਪਾਕ ਨੇ ਕਰਨਾ, ਤੁਹਾਡੇ ਸਾਰੇ ਕੰਮ ਸਹੀ ਹੋ ਜਾਣੇ। ਬਿਲਕੁਲ ਬਿਲਕੁਲ ਬਿਲਕੁਲ। ਔਰ ਮੈਂ ਬੇਨਤੀ ਕਰਾਂਗਾ ਆਪਣੇ ਨਾਲ ਦੋਸਤਾਂ ਨੂੰ, ਆਪਣੇ ਵਿਊਅਰਸ ਨੂੰ ਜਿਹੜੇ ਸਾਨੂੰ ਤੱਕਦੇ ਪਏ ਨੇ, ਆਪਣੇ ਮੋਬਾਈਲ ਫੋਨ ਦੇ ਉੱਤੇ ਤੱਕਦੇ ਪਏ ਨੇ, ਜੇ ਸਾਨੂੰ ਜਿੱਥੇ ਵੀ ਵੇਖ ਰਹੇ ਨੇ, ਕਿ ਤੁਸੀਂ ਸਾਨੂੰ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਕਿ ਤੁਸੀਂ ਇਸ ਦੇ ਉੱਤੇ ਸਾਡੀ ਇਹ ਗੱਲ ਨੇ ਕਿ ਤੁਹਾਡੇ ਜ਼ਿਹਨ ਦੇ ਉੱਤੇ ਕੋਈ ਅਸਰ ਕੀਤਾ ਹੈ। ਔਰ ਅਸੀਂ ਵਾਅਦਾ ਕਰਨੇ ਆ ਕਿ ਜਨਾਬ ਕਿ ਅਸੀਂ ਆਪਣੀ ਇਹ ਦੀ ਜਿਹੜੀ ਸ਼ੁਰੂਆਤ ਹੈ ਇਹ ਜਨਾਬ ਅਸੀਂ ਆਪਣੀ ਜ਼ਾਤ ਤੋਂ, ਆਪਣੇ ਆਪ ਤੋਂ ਕਰਾਂਗੇ ਤੇ ਫਿਰ ਜਾ ਕੇ ਇਹ ਚੀਜ਼ ਜਿਹੜੀ ਨਾ ਅੱਗੇ ਹੋਏਗੀ। ਤੇ ਅੱਜ ਜਨਾਬ ਉਹ ਜਮਸ਼ੇਦ ਸਾਹਿਬ ਦੀ ਖਾਹਿਸ਼ ਹੁੰਦੀ, ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਦਾ ਕੋਈ ਸ਼ੇਰ ਜਿਹੜਾ ਨਾ ਸ਼ਾਮਿਲ ਕਰੀਏ ਤੇ ਚੂੰਕਿ ਅਦਬੇ ਬਰਦਾਸ਼ਤ ਦੀ ਗੱਲ ਹੈ ਤੇ ਚੰਗੀ ਮੰਦੀ ਸਜਣਾ ਕੋਲੋਂ ਸਹਿਵਾਰੀ ਹੋ ਜਾਂਦੀ। ਚੰਗੀ ਮੰਦੀ ਸਜਣਾ ਕੋਲੋਂ ਸਹਿਵਾਰੀ ਹੋ ਜਾਂਦੀ। ਜੀ, ਚੰਗੀ ਮੰਦੀ ਸਜਣਾ ਕੋਲੋਂ ਸਹਿਵਾਰੀ ਹੋ ਜਾਂਦੀ ਤੇ ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ, ਹੁੰਦੀ ਪੱਕੀ ਪ੍ਰੀਤ ਜਿਨ੍ਹਾਂ ਦੀ। ਤੇ ਜਿਨ੍ਹਾਂ ਦੀਆਂ ਪ੍ਰੀਤਾਂ ਪੱਕੀਆਂ ਹੋਣ, ਜਿਨ੍ਹਾਂ ਦੀਆਂ ਮੁਹੱਬਤਾਂ ਸੱਚੀਆਂ ਹੋਣ ਤੇ ਛੋਟੀ ਛੋਟੀਆਂ ਗੱਲਾਂ ਨੂੰ ਉਹ ਦਿਲ ਦੇ ਵਿੱਚ ਨਾ ਬਣਾ, ਉਹ ਇੱਕ ਦੂਸਰੇ ਨੂੰ ਬਰਦਾਸ਼ਤ ਕਰਦੇ ਨੇ ਔਰ ਇੱਕ ਦੂਸਰੇ ਦੇ ਨਾਲ ਮੁਹੱਬਤ ਤੇ ਪਿਆਰ ਦਾ ਪ੍ਰਚਾਰ ਕਰਦੇ ਨੇ। ਤੇ ਸਾਡਾ ਅੱਜ ਦਾ ਵੀ ਇਹ ਪੈਗਾਮ ਹੈ ਕਿ ਮੁਹੱਬਤ ਤੇ ਪਿਆਰ ਦਾ ਪ੍ਰਚਾਰ ਕਰੋ। ਇਹ ਦੁਨੀਆ ਦੇ ਵਿੱਚ ਜ਼ਿੰਦਗੀ ਥੋੜੀ ਹੈ ਕਿ ਲੋਕ ਤੁਹਾਨੂੰ ਜਿਹੜਾ ਉਹ ਤੁਹਾਡੇ ਨਾਂ ਤੋਂ ਯਾਦ ਰੱਖਣ ਕਿ ਯਾਰ ਬੜਾ ਬੀਬਾ ਬੜਾ ਚੰਗਾ ਬੰਦਾ ਸੀ, ਕਿ ਸਾਰੀ ਜ਼ਿੰਦਗੀ ਉਹਨੇ ਕਿਸੇ ਦਾ ਦਿਲ ਨਹੀਂ ਦੁਖਾਇਆ। ਤੇ ਦਿਲ ਦੁਖਾਣਾ ਇਹ ਚੰਗੀ ਗੱਲ ਨਹੀਂ। ਇਸੇ ਲਈ ਇਹ ਜਿਹੜਾ ਨਾ ਇਹ ਕਹਿੰਦੇ ਨੇ ਕਿ ਢਾ ਦੇ ਮੰਦਰ ਤੇ ਢਾ ਦੇ ਮਸਜਿਦ ਤੇ ਢਾ ਦੇ ਜੋ ਕੁਝ ਢਾਂਦਾ, ਪਰ ਇੱਕ ਬੰਦੇ ਦਾ ਦਿਲ ਨਾ ਢਾਵੇ। ਰੱਬ ਦਿਲਾਂ ਦੇ ਵਿੱਚ ਰਹਿੰਦਾ। ਜੇ ਉਸ ਸੋਹਣੇ ਰੱਬ ਨੂੰ, ਸੱਚੇ ਰੱਬ ਨੂੰ ਤੁਸੀਂ ਰਾਜ਼ੀ ਰੱਖਣਾ ਹੈ ਤੇ ਫਿਰ ਜਨਾਬ ਇਹ ਦਿਲਾਂ ਨੂੰ ਤੋੜਨ ਦੀ ਬਜਾਏ ਇਹਨਾਂ ਨੂੰ ਵੈਲਡ ਕਰਨ ਦਾ ਜਿਹੜਾ ਨਾ ਉਹ ਫਨ ਸਿੱਖੋ, ਉਹਨਾਂ ਨੂੰ ਜੋੜਨ ਦਾ ਫਨ ਸਿੱਖੋ। ਤੇ ਇਸ ਦੇ ਨਾਲ ਹੀ ਅੱਜ ਦੀਆਂ ਜਿਹੜੀਆਂ ਸਾਡਾ ਟੌਪਿਕ ਹੈ, ਦਿਲ ਤੇ ਕਰਦਾ ਹੈ ਜਨਾਬ ਕਿ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਕਰੇ, ਲੇਕਿਨ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਅਸੀਂ ਤੁਹਾਡੇ ਤੇ ਸੱਟਨੇ ਹੈ ਕਿ ਤੁਸੀਂ ਇਹਦੇ ਤੇ ਕਿਤਨਾ ਅਮਲ ਕੀਤਾ ਹੈ। ਤੇ ਆਪਣੇ ਮੇਜ਼ਬਾਨ ਜਾਵੇਦ ਵੱਟੂ ਤੇ ਨਾਲ ਜਨਾਬ ਜਮਸ਼ੇਦ ਅਸਲਮ ਬਗੇਲਾ ਸਾਹਿਬ ਨੂੰ ਇਜਾਜ਼ਤ ਦਿਓ। ਫਿਰ ਕਿਸੇ ਵੀਡੀਓ ਦੇ ਵਿੱਚ ਕਿਸੇ ਚੰਗੇ ਜਿਹੇ ਟੌਪਿਕ ਦੇ ਉੱਤੇ ਤੁਹਾਡੇ ਨਾਲ ਫਿਰ ਗੱਲ ਕਰਾਂਗੇ। ਆਪਣਾ ਤੇ ਆਪਣੇ ਨਾਲ ਰਹਿਣ ਵਾਲਿਆਂ ਦਾ ਢੇਰ ਸਾਰਾ ਖਿਆਲ ਰੱਖਿਆ ਜੀ। ਆਪਣੀ ਦੁਆਵਾਂ ਦੇ ਵਿੱਚ, ਆਪਣੀ ਮੁਹੱਬਤਾਂ ਦੇ ਵਿੱਚ ਯਾਦ ਰੱਖਿਆ ਜੀ। ਰੱਬ ਰੱਖਾ। ਰੱਬ ਰੱਖ।